ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਲਕਮ back students in social science class. I am Harjeet Singh. Today we will continue read our first chapter of geography, resources and development, and in today's video we discuss the topic development of resources, resource planning in India, conservation of resources, land resources and land utilization, and further we discuss land degradation and conservation measures. So let's start our lesson with the topic development of resources. Development of resources meaning resources ਦਾ ਵਿਕਾਸ. So here the first point is resources are vital for human survival as well as for maintaining the quality of life. ਇੱਥੇ ਐਕਸਪਲੇਨ ਕੀਤਾ ਗਿਆ ਹੈ ਕਿ ਰਿਸੋਰਸਿਸ ਹਿਊਮਨ ਬੀਇੰਗ ਦੀ ਐਗਜ਼ਿਸਟੈਂਸ ਹੋਂਦ ਅਤੇ ਕੁਆਲਿਟੀਫੁਲ ਲਾਈਫ ਇੱਕ ਗੁਣਵੱਤਾ ਵਾਲੀ ਜ਼ਿੰਦਗੀ ਬਤੀਤ ਕਰਨ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਨੇ, ਕਿਉਂਕਿ ਜੇਕਰ ਰਿਸੋਰਸਿਸ ਨਾ ਹੋਣਗੇ ਤਾਂ ਅਸੀਂ ਆਪਣੀਆਂ ਨੀਡਸ ਜਿਹੜੀਆਂ ਉਹ ਕੇਟਰ ਨਹੀਂ ਕਰ ਸਕਾਂਗੇ, ਪੂਰੀਆਂ ਨਹੀਂ ਕਰ ਸਕਦੇ, ਔਰ ਜਿੰਨਾ ਚਿਰ ਸਾਡੀਆਂ ਨੀਡਸ ਪੂਰੀਆਂ ਨਹੀਂ ਹੁੰਦੀਆਂ ਅਸੀਂ ਆਪਣੀ ਲਾਈਫ ਦੇ ਵਿੱਚ ਕੁਆਲਿਟੀ ਨਹੀਂ ਲੈ ਕੇ ਆ ਸਕਦੇ। ਸੈਕੰਡ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਰਿਸੋਰਸਿਸ ਨੂੰ ਨੇਚਰ ਦਾ ਇੱਕ ਫ੍ਰੀ ਗਿਫਟ ਸਮਝਦੇ ਹੋਏ ਹਿਊਮਨ ਬੀਇੰਗ ਵੱਲੋਂ ਇਸ ਦੀ ਇਨਡਿਸਕ੍ਰਿਮੀਨੇਟਲੀ ਵੇ ਮਤਲਬ ਪੱਖਪਾਤ ਰਵੱਈਏ ਦੇ ਤਰੀਕੇ ਦੇ ਨਾਲ ਵਰਤੋਂ ਕੀਤੀ ਗਈ, ਜਿਸ ਕਰਕੇ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਪੈਦਾ ਹੋ ਗਈਆਂ। ਪ੍ਰੋਬਲਮਸ ਕਿਹੜੀਆਂ ਪੈਦਾ ਹੋਈਆਂ? ਫਸਟ ਪ੍ਰੋਬਲਮ ਮੈਨੀ ਰਿਸੋਰਸਿਸ ਗੋਟ ਡਿਪਲੀਟਡ, ਕਿ ਬਹੁਤ ਸਾਰੇ ਰਿਸੋਰਸਿਸ ਜਿਹੜੇ ਉਹਨਾਂ ਦਾ ਪਤਨ ਹੋ ਗਿਆ, ਉਹ ਰਿਸੋਰਸਿਸ ਖਤਮ ਹੋ ਗਏ। ਐਗਜ਼ਾਮਪਲ ਫੋਰੈਸਟ, ਐਜ਼ ਵੀ ਨੋ ਦੈਟ ਫੋਰੈਸਟ ਗਿਵ ਅਸ ਲੋਟ ਆਫ ਥਿੰਗਸ ਲਾਈਕ timber, medicinal herbs, flowers and fruits. So instead of fulfill their needs, human being become greedy and continue to cut the forest. So now the only 29% part of the earth is covered with forest. Second point ਵਿੱਚ explain ਕੀਤਾ ਗਿਆ ਹੈ ਕਿ ਨੇਚਰ ਵੱਲੋਂ ਜੋ ਰਿਸੋਰਸਿਸ ਦਿੱਤੇ ਗਏ ਸਨ ਇਹਨਾਂ ਦੀ ਇਕੁਅਲ ਡਿਸਟ੍ਰੀਬਿਊਸ਼ਨ ਨਹੀਂ ਕੀਤੀ ਗਈ, ਐਂਡ ਇਹ ਰਿਸੋਰਸਿਸ ਸੁਸਾਇਟੀ ਦੇ ਕੁਝ ਇੰਡੀਵਿਜੂਅਲਸ ਦੇ ਹੱਥਾਂ ਵਿੱਚ ਆ ਗਏ, ਜਿਸ ਨਾਲ ਸੁਸਾਇਟੀ ਜਿਹੜਾ ਟੂ ਪਾਰਟਸ ਵਿੱਚ ਡਿਵਾਈਡ ਹੋ ਗਈ, ਰਿਚ ਐਂਡ ਪੂਅਰ। ਸੁਸਾਇਟੀ ਵਿੱਚ ਜੋ ਇੰਡੀਵਿਜੂਅਲ ਕੋਲ ਰਿਸੋਰਸਿਸ ਆ ਗਏ ਉਹਨਾਂ ਨੇ ਇਹਨਾਂ ਰਿਸੋਰਸਿਸ ਨੂੰ ਯੂਜ਼ ਕਰਕੇ ਆਪਣੀ ਡਿਵੈਲਪਮੈਂਟ ਕਰ ਲਈ, ਵਿਕਾਸ ਕਰ ਲਿਆ ਅਤੇ ਉਹ ਅਮੀਰ ਹੋ ਗਏ, ਰਿਚ ਹੋ ਗਏ। ਬਟ ਸੁਸਾਇਟੀ ਵਿੱਚ ਜੋ ਪੀਪਲ ਨੂੰ ਰਿਸੋਰਸਿਸ ਪ੍ਰਾਪਤ ਨਾ ਹੋਏ ਉਹ ਆਪਣੀ ਡਿਵੈਲਪਮੈਂਟ ਨਾ ਕਰ ਸਕੇ। ਥਰਡ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਇਹਨਾਂ ਪ੍ਰੋਬਲਮ ਤੋਂ ਇਲਾਵਾ ਰਿਸੋਰਸਿਸ ਦੀ ਇਨਡਿਸਕ੍ਰਿਮੀਨੇਸ਼ਨ ਵੇ ਦੇ ਨਾਲ ਯੂਜ਼ ਕਰਨ ਦਾ ਕਰਕੇ ਗਲੋਬਲ ਵਾਰਮਿੰਗ, ਓਜ਼ੋਨ ਲੇਅਰ ਦਾ ਪਤਨ ਅਤੇ ਐਨਵਾਇਰਨਮੈਂਟ ਦੇ ਪਤਨ ਵਰਗੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਨੈਕਸਟ ਇਹਨਾਂ ਪ੍ਰੋਬਲਮ ਦਾ ਸਲਿਊਸ਼ਨ ਦੱਸਿਆ ਗਿਆ ਹੈ ਕਿ ਗਲੋਬਲ ਪੀਸ, ਵਿਸ਼ਵ ਸ਼ਾਂਤੀ ਅਤੇ ਲਾਈਫ ਵਿੱਚ ਕੁਆਲਿਟੀ ਲਿਆਉਣ ਵਾਸਤੇ ਇਹ ਜ਼ਰੂਰੀ ਹੈ ਕਿ ਸਾਰੇ ਰਿਸੋਰਸਿਸ ਦੀ ਇੱਕ ਬਰਾਬਰ ਵੰਡ ਕੀਤੀ ਜਾਵੇ। ਰਿਸੋਰਸਿਸ ਦੇ ਉੱਪਰ ਕੁਛ ਕੁ ਪੀਪਲ ਦਾ ਇੰਡੀਵਿਜੂਅਲ ਦਾ ਰਾਈਟ ਨਾ ਹੋਵੇ, ਸਾਰੇ ਪੀਪਲ ਦਾ ਇਕੁਅਲ ਰਾਈਟ ਹੋਵੇ। ਸੈਕੰਡ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਜੋ ਫਸਟ ਪੁਆਇੰਟ ਦੀ ਰਿਕੁਆਇਰਮੈਂਟ ਹੈ ਉਸ ਨੂੰ ਰਿਸੋਰਸ ਪਲੈਨਿੰਗ ਦੇ ਨਾਲ ਅਚੀਵ ਕੀਤਾ ਜਾ ਸਕਦਾ ਹੈ। ਮਤਲਬ ਕਿ ਗਲੋਬਲ ਪੀਸ ਅਤੇ ਸਸਟੇਨਡ ਕੁਆਲਿਟੀ ਆਫ ਲਾਈਫ ਵਾਸਤੇ ਸਾਨੂੰ ਰਿਸੋਰਸਿਸ ਦੀ ਪਲੈਨਿੰਗ ਕਰਨੀ ਚਾਹੀਦੀ ਹੈ, ਤਾਂ ਹੀ ਅਸੀਂ ਲਾਈਫ ਦੀਆਂ ਸਾਰੀਆਂ ਕਿਸਮਾਂ ਦੀ ਸਥਿਰ ਹੋਂਦ ਬਰਕਰਾਰ ਰੱਖ ਸਕਦੇ ਹਾਂ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਸਸਟੇਨੇਬਲ ਡਿਵੈਲਪਮੈਂਟ। ਸਸਟੇਨੇਬਲ ਜਾਂ ਸਰਟਨ ਡਿਵੈਲਪਮੈਂਟ ਮਤਲਬ ਸਥਿਰ ਵਿਕਾਸ ਜਾਂ ਕਹਿ ਸਕਦੇ ਹਾਂ ਟਿਕਾਊ ਵਿਕਾਸ। ਸਰਟਨ ਡਿਵੈਲਪਮੈਂਟ ਅਸੀਂ ਉਸ ਡਿਵੈਲਪਮੈਂਟ ਨੂੰ ਕਹਿ ਸਕਦੇ ਹਾਂ ਜਦੋਂ ਅਸੀਂ ਐਨਵਾਇਰਨਮੈਂਟ ਦਾ ਬਿਨਾਂ ਕੋਈ ਨੁਕਸਾਨ ਕੀਤਿਆਂ ਪ੍ਰੈਜੈਂਟ ਜਨਰੇਸ਼ਨ ਦੀਆਂ ਨੀਡਸ ਪੂਰੀਆਂ ਕਰ ਲੈਂਦੇ ਹਾਂ ਐਂਡ ਫਿਊਚਰ ਜਨਰੇਸ਼ਨ ਵਾਸਤੇ ਵੀ ਰਿਸੋਰਸਿਸ ਕੰਜ਼ਰਵ ਕਰ ਲੈਂਦੇ ਹਾਂ। ਇਨ ਅਨਦਰ ਵਰਡਸ ਵੀ ਸੇ ਡੈਟ ਟੂ ਕੇਟਰ ਆਵਰ ਨੀਡਸ ਵਿਦਾਊਟ ਹਾਰਮ ਦਾ ਐਨਵਾਇਰਨਮੈਂਟ, ਮੀਨਿੰਗ ਕਿ ਵਾਤਾਵਰਨ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਆਪਣੀਆਂ ਲੋੜਾਂ ਪੂਰੀਆਂ ਕਰ ਲੈਣਾ। ਨੈਕਸਟ ਟੌਪਿਕ ਸਾਡੇ ਕੋਲ ਆ ਜਾਂਦਾ ਹੈ ਰਿਸੋਰਸਿਸ ਪਲੈਨਿੰਗ, ਰਿਸੋਰਸ ਦੀ ਯੋਜਨਾਬੰਦੀ। ਰਿਸੋਰਸ ਪਲੈਨਿੰਗ ਅਸੀਂ ਕਹਿ ਸਕਦੇ ਹਾਂ ਇੱਕ ਟੈਕਨੀਕ ਜਾਂ ਸਕਿੱਲ ਹੈ ਜਿਸ ਦੇ ਨਾਲ ਅਸੀਂ ਰਿਸੋਰਸਿਸ ਨੂੰ ਪ੍ਰੋਪਰ ਵੇ ਦੇ ਨਾਲ ਯੂਟੀਲਾਈਜ਼ ਕਰਦੇ ਹਾਂ। ਇਸ ਨੂੰ ਅਸੀਂ ਹੋਰ ਈਜ਼ੀ ਵੇ ਦੇ ਨਾਲ ਸਮਝਦੇ ਹਾਂ, ਜਿਵੇਂ ਆਪਣੇ ਕਲਾਸ ਵਿੱਚ 8 ਪੀਰੀਅਡਸ ਨੇ। ਐਵਰੀ ਟੀਚਰ ਨੂੰ ਟਾਈਮ ਟੇਬਲ ਪ੍ਰੋਵਾਈਡ ਕੀਤਾ ਗਿਆ ਹੈ ਤਾਂ ਕਿ ਉਹ ਆਪਣੇ ਟਾਈਮ ਦਾ ਪ੍ਰੋਪਰ ਯੂਜ਼ ਕਰ ਸਕੇ, ਔਰ ਇੱਕ ਫਿਕਸਡ ਡਿਊਰੇਸ਼ਨ ਤੋਂ ਬਾਅਦ ਪੀਰੀਅਡ ਓਵਰ ਹੋ ਜਾਂਦਾ ਹੈ ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਕਲੈਸ਼ ਨਾ ਹੋ ਸਕੇ। ਇਸ ਪਲੈਨਿੰਗ ਨੂੰ ਫੋਲੋ ਕਰਦੇ ਹੋਏ ਇੱਕ ਦਿਨ ਦੇ ਵਿੱਚ 8 ਪੀਰੀਅਡਸ ਜਿਹੜੇ ਕੰਡਕਟ ਕੀਤੇ ਜਾਂਦੇ ਨੇ, ਔਰ ਹਰੇਕ ਟੀਚਰ ਗਿਵਨ ਟਾਈਮ ਦਾ ਪ੍ਰੋਪਰ ਵੇ ਦੇ ਨਾਲ ਯੂਜ਼ ਕਰਦਾ ਹੈ। ਸੋ ਇਸੇ ਤਰੀਕੇ ਦੇ ਨਾਲ ਰਿਸੋਰਸਿਸ ਦੀ ਕੁਆਲਿਟੀ ਔਰ ਕੁਆਂਟਿਟੀ ਦੇਖ ਕੇ
ਉਸ ਦੀ ਪਲੈਨਿੰਗ ਕੀਤੀ ਜਾਂਦੀ ਹੈ ਤਾਂ ਕਿ ਰਿਸੋਰਸਿਸ ਦਾ ਐਕਸਪਲੋਇਟੇਸ਼ਨ ਸ਼ੋਸ਼ਣ ਨਾ ਹੋ ਸਕੇ। ਨੈਕਸਟ ਹੈਡਿੰਗ ਗਿਵਨ ਹੈ ਸਟੇਜਿਸ ਆਫ ਰਿਸੋਰਸ ਪਲੈਨਿੰਗ। ਰਿਸੋਰਸ ਪਲੈਨਿੰਗ ਦੀਆਂ ਸਟੇਜਿਸ। ਫਸਟ ਪੁਆਇੰਟ ਆ ਜਾਂਦਾ ਹੈ ਆਈਡੈਂਟੀਫਿਕੇਸ਼ਨ ਐਂਡ ਲਿਸਟਿੰਗ ਆਫ ਰਿਸੋਰਸਿਸ। ਇਸ ਸਟੇਜ ਵਿੱਚ ਕੀ ਕੀਤਾ ਜਾਂਦਾ ਹੈ ਕਿ ਕਿਸ ਲੋਕੈਲਿਟੀ ਦੇ ਉੱਪਰ ਕੀ ਰਿਸੋਰਸਿਸ ਅਵੇਲੇਬਲ ਨੇ, ਉਹਨਾਂ ਦੀ ਕੁਆਲਿਟੀ ਕੀ ਹੈ, ਉਹਨਾਂ ਦੀ ਕੁਆਂਟਿਟੀ ਕੀ ਹੈ, ਇਹ ਸਾਰਾ ਕੁਝ ਮੇਜਰ ਕੀਤਾ ਜਾਂਦਾ ਹੈ। ਸੈਕੰਡ ਪੁਆਇੰਟ ਆ ਜਾਂਦਾ ਹੈ ਪਲੈਨਿੰਗ ਫਾਰ ਐਕਸਪਲੋਇਟੇਸ਼ਨ। ਇਸ ਸਟੇਜ ਵਿੱਚ ਕੁਆਲਿਟੀ ਔਰ ਕੁਆਂਟਿਟੀ ਜਾਣਨ ਤੋਂ ਬਾਅਦ ਰਿਸੋਰਸਿਸ ਨੂੰ ਕਿੰਨਾ ਅਸੀਂ ਯੂਜ਼ ਕਰਨਾ ਹੈ, ਕਿਸ ਵੇ ਦੇ ਨਾਲ ਜਾਂ ਕਿੰਨੇ ਸਮੇਂ ਤੱਕ ਇਹਨਾਂ ਨੂੰ ਯੂਜ਼ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਨੂੰ ਫੋਲੋ ਕੀਤਾ ਜਾਂਦਾ ਹੈ। ਥਰਡ ਸਟੇਜ ਵਿੱਚ ਨੈਸ਼ਨਲ ਡਿਵੈਲਪਮੈਂਟ, ਇੱਕ ਕੰਟਰੀ ਦੀ ਡਿਵੈਲਪਮੈਂਟ ਅਤੇ ਰਿਸੋਰਸ ਡਿਵੈਲਪਮੈਂਟ ਦੇ ਚਾਰਟ ਨੂੰ ਆਪਸ ਵਿੱਚ ਮੈਚ ਕੀਤਾ ਜਾਂਦਾ ਹੈ ਤਾਂ ਕਿ ਇੱਕ ਸਸਟੇਨੇਬਲ ਡਿਵੈਲਪਮੈਂਟ ਜਿਹੜੀ ਪ੍ਰਾਪਤ ਕੀਤੀ ਜਾ ਸਕੇ। ਨੈਕਸਟ ਟੌਪਿਕ ਸਾਡੇ ਕੋਲ ਆ ਜਾਂਦਾ ਹੈ ਇੰਪੋਰਟੈਂਸ ਆਫ ਰਿਸੋਰਸ ਪਲੈਨਿੰਗ। ਮਤਲਬ ਕਿ ਰਿਸੋਰਸ ਪਲਾਨ ਦੀ ਜ਼ਰੂਰਤ ਕਿਉਂ ਹੈ, ਜਿੱਥੇ ਫਸਟ ਲਾਈਨ ਨੂੰ ਐਕਸਪਲੇਨ ਕੀਤਾ ਗਿਆ ਹੈ ਕਿ ਬੈਲੈਂਸ ਡਿਵੈਲਪਮੈਂਟ ਵਾਸਤੇ ਰਿਸੋਰਸ ਪਲੈਨਿੰਗ ਦੀ ਜ਼ਰੂਰਤ ਹੈ। ਇੰਡੀਆ ਵਰਗੇ ਵਾਸਟ ਕੰਟਰੀ ਵਿੱਚ ਰਿਸੋਰਸ ਪਲੈਨਿੰਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਫਸਟ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਇੰਡੀਆ ਦੇ ਕੁਝ ਰੀਜਨਸ ਦੇ ਵਿੱਚ, ਖੇਤਰਾਂ ਦੇ ਵਿੱਚ ਕੁਝ ਰਿਸੋਰਸਿਸ ਬਹੁਤ ਜ਼ਿਆਦਾ ਕੁਆਲਿਟੀ ਵਿੱਚ ਅਵੇਲੇਬਲ ਨੇ, ਬਟ ਕਈ ਰਿਸੋਰਸਿਸ ਦੇ ਉੱਥੇ ਡੈਫੀਸ਼ੀਐਂਸੀ ਕਮੀ ਹੈ। ਐਗਜ਼ਾਮਪਲ ਦੇ ਤੌਰ 'ਤੇ ਰਾਜਸਥਾਨ ਦੇ ਵਿੱਚ ਸੋਲਰ ਐਂਡ ਵਿੰਡ ਐਨਰਜੀ ਤਾਂ ਬਹੁਤ ਹੈ, ਬਟ ਉੱਥੇ ਵਾਟਰ ਰਿਸੋਰਸਿਸ ਦੀ ਜਿਹੜੀ ਕਮੀ ਹੈ। ਸੈਕੰਡ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਇੰਡੀਆ ਦੇ ਕੁਝ ਰੀਜਨਸ ਰਿਸੋਰਸਿਸ ਪੱਖੋਂ ਆਤਮ ਨਿਰਭਰ ਨੇ, ਬਟ ਕੁਝ ਰੀਜਨਸ ਅਜਿਹੇ ਨੇ ਜੋ ਕਿ ਰਿਸੋਰਸਿਸ ਦੇ ਪੱਖੋਂ ਬਹੁਤ ਜ਼ਿਆਦਾ ਪੂਅਰ ਨੇ, ਮਤਲਬ ਉੱਥੇ ਕਿਸੇ ਪ੍ਰਕਾਰ ਦੇ ਰਿਸੋਰਸਿਸ ਨਹੀਂ ਪਾਏ ਜਾਂਦੇ। ਇੱਥੇ ਐਗਜ਼ਾਮਪਲ ਦਿੱਤੀ ਕਿ ਮੱਧ ਪ੍ਰਦੇਸ਼ ਦੇ ਵਿੱਚ ਕਈ ਤਰ੍ਹਾਂ ਦੇ ਰਿਸੋਰਸਿਸ ਪਾਏ ਜਾਂਦੇ ਨੇ। ਮੱਧ ਪ੍ਰਦੇਸ਼ ਦੇ ਵਿੱਚ ਖਾਸ ਕਰਕੇ ਕੋਲ, ਲਾਈਮਸਟੋਨ, ਮੈਗਨੀਜ਼ ਵਰਗੇ ਰਿਸੋਰਸਿਸ ਪਾਏ ਜਾਂਦੇ ਨੇ, ਬਟ ਲੱਦਾਖ ਦੇ ਵਿੱਚ ਸਿਰਫ ਸਨੋ ਕਵਰਡ ਏਰੀਆ ਹੈ ਔਰ ਉੱਥੇ ਕਿਸੇ ਪ੍ਰਕਾਰ ਦੇ ਰਿਸੋਰਸਿਸ ਨਹੀਂ ਹੈਗੇ। ਥਰਡ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਅਗਰ ਅਸੀਂ ਰਿਸੋਰਸ ਨੂੰ ਪਲਾਨ ਕਰਕੇ ਯੂਜ਼ ਕਰਾਂਗੇ ਤਾਂ ਇਸ ਤਰ੍ਹਾਂ ਇਹਨਾਂ ਦੀ ਵੇਸਟੇਜ ਰਿਡਿਊਸ ਹੋ ਜਾਵੇਗੀ। ਫੋਰਥ ਪੁਆਇੰਟ ਵਿੱਚ ਦੱਸਿਆ ਗਿਆ ਹੈ ਕਿ ਪਲੈਨਿੰਗ ਦੇ ਨਾਲ ਰਿਸੋਰਸ ਯੂਜ਼ ਕਰਨ ਦਾ ਕਰਕੇ ਐਨਵਾਇਰਨਮੈਂਟ ਪੋਲਿਊਸ਼ਨ ਵੀ ਘੱਟ ਜਾਵੇਗਾ। ਫਿਫਥ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਅਗਰ ਪਲੈਨਿੰਗ ਦੇ ਨਾਲ ਰਿਸੋਰਸ ਯੂਜ਼ ਕੀਤੇ ਜਾਣਗੇ ਤਾਂ ਇਹਨਾਂ ਦਾ ਓਵਰ ਐਕਸਪਲੋਇਟੇਸ਼ਨ, ਮਤਲਬ ਲੋੜ ਤੋਂ ਜ਼ਿਆਦਾ ਜਿਹੜਾ ਵੱਧ ਸ਼ੋਸ਼ਣ ਹੁੰਦਾ ਹੈ, ਉਸ ਦੇ ਉੱਪਰ ਜਿਹੜਾ ਰੋਕ ਲੱਗ ਜਾਵੇਗੀ। ਨੈਕਸਟ ਟੌਪਿਕ ਸਾਡੇ ਕੋਲ ਆ ਜਾਂਦਾ ਹੈ ਕੰਜ਼ਰਵੇਸ਼ਨ ਆਫ ਰਿਸੋਰਸਿਸ। ਰਿਸੋਰਸਿਸ ਦੀ ਸਾਂਭ ਸੰਭਾਲ। ਰਿਸੋਰਸਿਸ ਨੂੰ ਪਲੈਨਡ ਵੇ ਦੇ ਨਾਲ ਯੂਜ਼ ਕਰ ਲੈਣਾ ਅਤੇ ਆਪਣੀਆਂ ਨੀਡਸ ਪੂਰੀਆਂ ਕਰਨੀਆਂ ਐਂਡ ਫਿਊਚਰ ਜਨਰੇਸ਼ਨ ਵਾਸਤੇ ਰਿਸੋਰਸ ਨੂੰ ਕੰਜ਼ਰਵ ਕਰਨ ਨੂੰ ਹੀ ਅਸੀਂ ਰਿਸੋਰਸ ਕੰਜ਼ਰਵੇਸ਼ਨ ਆਖਦੇ ਹਾਂ। ਰਿਸੋਰਸ ਕੰਜ਼ਰਵੇਸ਼ਨ ਜ਼ਰੂਰੀ ਕਿਉਂ ਹੈ? ਕਿਉਂਕਿ ਸਾਡੇ ਕੋਲ ਬਹੁਤ ਸਾਰੇ ਰਿਸੋਰਸਿਸ ਅਜਿਹੇ ਨੇ ਜੋ ਕਿ ਨਾਨ ਰੀਨਿਊਏਬਲ ਰਿਸੋਰਸਿਸ ਨੇ। ਅਗਰ ਅਸੀਂ ਇਹਨਾਂ ਨੂੰ ਕੰਜ਼ਰਵ ਕਰਾਂਗੇ ਤਾਂ ਹੀ ਅਸੀਂ ਲੰਬੇ ਸਮੇਂ ਤੱਕ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਨੈਕਸਟ ਸੈਕੰਡ ਐਂਡ ਥਰਡ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਰਿਸੋਰਸ ਕੰਜ਼ਰਵੇਸ਼ਨ ਦੇ ਨਾਲ ਅਸੀਂ ਇਸ ਦੀ ਵੇਸਟੇਜ ਘਟਾ ਸਕਦੇ ਹਾਂ ਅਤੇ ਐਨਵਾਇਰਨਮੈਂਟ ਨੂੰ ਜਿਹੜਾ ਪ੍ਰੋਟੈਕਟ ਕਰ ਸਕਦੇ ਹਾਂ। ਮਹਾਤਮਾ ਗਾਂਧੀ ਨੇ ਵੀ ਰਿਸੋਰਸ ਕੰਜ਼ਰਵੇਸ਼ਨ ਵਾਸਤੇ ਇਹ ਵਰਡਸ ਕਹੇ ਸਨ, ਦੇਅਰ ਇਜ਼ ਇਨਫ ਫਾਰ ਐਵਰੀਬਾਡੀਜ਼ ਨੀਡ ਐਂਡ ਨੋਟ ਫਾਰ ਐਨੀਬਾਡੀਜ਼ ਗਰੀਡ। ਮਤਲਬ ਕਿ ਹਰੇਕ ਪਰਸਨ ਦੀ ਲੋੜ ਪੂਰੀ ਕਰਨ ਵਾਸਤੇ ਰਿਸੋਰਸਿਸ ਕਾਫੀ ਹਨ, ਪਰ ਕਿਸੇ ਦਾ ਲਾਲਚ ਪੂਰਾ ਕਰਨ ਵਾਸਤੇ ਰਿਸੋਰਸਿਸ ਨਹੀਂ ਹਨ। ਫਰਦਰ ਸਾਡੇ ਕੋਲ ਟੌਪਿਕ ਹੈ ਲੈਂਡ ਰਿਸੋਰਸਿਸ, ਭੂਮੀ ਸਾਧਨ। ਫਸਟ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਕਿ ਅਸੀਂ ਲੈਂਡ 'ਤੇ ਰਹਿੰਦੇ ਹੋਏ ਲੈਂਡ ਨੂੰ ਅਲੱਗ-ਅਲੱਗ ਵੇ ਦੇ ਨਾਲ ਯੂਜ਼ ਕਰਕੇ ਆਪਣੀਆਂ ਇਕਨੋਮਿਕ ਐਕਟੀਵਿਟੀ ਪਰਫੋਰਮ ਕਰਦੇ ਹਾਂ। ਇਸ ਕਰਕੇ ਲੈਂਡ ਬਹੁਤ ਜ਼ਿਆਦਾ ਇੰਪੋਰਟੈਂਟ ਨੈਚੁਰਲ ਰਿਸੋਰਸਿਸ ਹੈ। ਨੈਕਸਟ ਸੈਕੰਡ ਪੁਆਇੰਟ ਵਿੱਚ ਦੱਸਿਆ ਗਿਆ ਹੈ ਕਿ ਇੰਡੀਆ ਦੇ ਕੋਲ ਇੱਕ ਹੀ ਤਰ੍ਹਾਂ ਦੀ ਲੈਂਡ ਨਹੀਂ ਹੈ। ਇੰਡੀਆ ਹੈਜ਼ ਲੈਂਡ ਅੰਡਰ ਏ ਵੈਰਾਈਟੀ ਆਫ ਰਿਲੀਫ ਫੀਚਰ। ਮਤਲਬ ਕਿ ਇੱਥੇ ਲੈਂਡ ਦੇ ਕਈ ਤਰ੍ਹਾਂ ਦੇ ਫੀਚਰ ਨੇ, ਜਿਵੇਂ ਕਿ ਮਾਊਂਟੇਨ, ਪਲੇਟੂ ਐਂਡ ਪਲੇਨਸ। ਮਤਲਬ ਕਿ ਇੱਥੇ ਜ਼ਮੀਨ ਤਿੰਨ ਤਰ੍ਹਾਂ ਦੀ ਹੈ, ਕੁਛ ਏਰੀਆ ਪਲੇਨ ਏਰੀਆ, ਕੁਝ ਪਲੇਟੂ ਏਰੀਆ ਔਰ ਕੁਛ ਏਰੀਆ ਮਾਊਂਟੇਨ ਏਰੀਆ, ਪਹਾੜੀ ਏਰੀਆ ਹੈ। ਐਂਡ ਆਈਲੈਂਡਸ ਆਲਸੋ ਪ੍ਰੈਜੈਂਟ ਹੇਅਰ। ਇਸ ਪਾਈ ਚਾਰਟ ਵਿੱਚ ਦੇਖਿਆ ਜਾਵੇ ਤਾਂ ਇੱਥੇ ਐਕਸਪਲੇਨ ਕੀਤਾ ਗਿਆ ਕਿ ਟੋਟਲ 100% ਲੈਂਡ ਦੇ ਵਿੱਚੋਂ ਇੰਡੀਆ ਕੋਲ 43% ਏਰੀਆ ਪਲੇਨ ਏਰੀਆ ਹੈ, 30% ਏਰੀਆ ਮਾਊਂਟੇਨ ਏਰੀਆ ਹੈ ਐਂਡ 27% ਏਰੀਆ ਜੋ ਕਿ ਪਲੇਟੂ ਏਰੀਆ ਹੈ। ਪਲੇਨ ਏਰੀਆ ਐਂਡ ਮਾਊਂਟੇਨ ਏਰੀਆ ਨਾਲ ਤੁਸੀਂ ਫੈਮਿਲੀਅਰ ਹੋ। ਪਲੇਟੂ ਏਰੀਆ ਮਾਊਂਟੇਨ ਵਾਂਗ ਐਲੀਵੇਸ਼ਨ ਏਰੀਆ ਹੁੰਦਾ ਹੈ, ਬਟ ਇਸ ਦਾ ਟੌਪ ਵਾਲਾ ਪਾਰਟ ਕੋਨੇਸ਼ੀਅਲ ਨਹੀਂ ਹੁੰਦਾ, ਇਹ ਇੱਕ ਟੇਬਲ ਵਾਂਗ ਪਲੇਨ ਹੁੰਦਾ ਹੈ। ਇਸ ਕਰਕੇ ਇਸ ਨੂੰ ਟੇਬਲ ਲੈਂਡ ਵੀ ਆਖਿਆ ਜਾਂਦਾ ਹੈ। ਫਰਦਰ ਸਾਡੇ ਕੋਲ ਟੌਪਿਕ ਹਨ ਲੈਂਡ ਯੂਟੀਲਾਈਜੇਸ਼ਨ ਐਂਡ ਲੈਂਡ ਯੂਜ਼ ਪੈਟਰਨ ਇਨ ਇੰਡੀਆ। ਇਸ ਸਲਾਈਡ ਵਿੱਚ ਦੋ ਪਾਈ ਚਾਰਟ ਦਿੱਤੇ ਹਨ।
ਇਹਨਾਂ ਨੂੰ ਕਲੀਅਰ ਰੀਡ ਕਰਨ ਵਾਸਤੇ ਤੁਸੀਂ NCERT ਬੁੱਕ ਦਾ ਪੇਜ ਨੰਬਰ 6 ਦੇਖ ਸਕਦੇ ਹੋ। ਇਹਨਾਂ ਪਾਈ ਚਾਰਟ ਵਿੱਚ 1960-61 ਵਿੱਚ ਲੈਂਡ ਦੀ ਵਰਤੋਂ ਇੰਡੀਆ ਵਿੱਚ ਕਿਸ ਕੰਮ ਵਾਸਤੇ ਕੀਤੀ ਜਾਂਦੀ ਸੀ ਐਂਡ 2014 ਐਂਡ 15 ਵਿੱਚ ਲੈਂਡ ਕਿਹੜੇ ਕੰਮਾਂ ਵਾਸਤੇ ਯੂਜ਼ ਕੀਤੀ ਜਾ ਰਹੀ ਹੈ, ਇਸ ਨੂੰ ਕੰਪੇਅਰ ਕੀਤਾ ਗਿਆ ਹੈ। ਫਸਟ ਯੂਜ਼ ਕੀਤਾ ਜਾ ਰਿਹਾ ਹੈ ਫੋਰੈਸਟ ਟੈਂਡਰ, ਜਿਸ ਵਿੱਚ ਦੱਸਿਆ ਗਿਆ ਹੈ ਕਿ 2014-15 ਵਿੱਚ ਇੰਡੀਆ ਦੀ ਟੋਟਲ ਲੈਂਡ ਦਾ 23.3% ਹਿੱਸਾ ਫੋਰੈਸਟ ਟੈਂਡਰ ਹੈ। ਬਟ ਐਨਵਾਇਰਨਮੈਂਟ ਦੀ ਕੰਜ਼ਰਵੇਸ਼ਨ ਵਾਸਤੇ ਔਰ ਗੈਸੀ ਦਾ ਬੈਲੈਂਸ ਵਾਸਤੇ ਇਹ ਏਰੀਆ ਬਹੁਤ ਘੱਟ ਹੈ। ਐਨਵਾਇਰਨਮੈਂਟ ਬੈਲੈਂਸ ਵਾਸਤੇ ਕਿਸੇ ਵੀ ਕੰਟਰੀ ਦਾ ਐਟਲੀਸਟ 33% ਪਾਰਟ ਜਿਹੜਾ ਫੋਰੈਸਟ ਟੈਂਡਰ ਹੋਣਾ ਚਾਹੀਦਾ ਹੈ। ਸੈਕਿੰਡ ਆ ਜਾਂਦੀ ਹੈ ਲੈਂਡ ਨੋਟ ਅਵੇਲੇਬਲ ਫਾਰ ਕਲਟੀਵੇਸ਼ਨ, ਕਿ ਉਹ ਜ਼ਮੀਨ ਜਿਸ ਦੇ ਉੱਪਰ ਪੈਦਾਵਾਰ ਨਹੀਂ ਕੀਤੀ ਜਾ ਰਹੀ। ਜਿਸ ਜ਼ਮੀਨ ਉੱਪਰ ਪੈਦਾਵਾਰ ਨਹੀਂ ਕੀਤੀ ਜਾ ਰਹੀ, ਇਹ 2 ਟਾਈਪ ਦੀ ਜ਼ਮੀਨ ਹੁੰਦੀ ਹੈ। ਫਸਟ ਆ ਜਾਂਦੀ ਹੈ ਬੈਰਨ ਐਂਡ ਵੇਸਟਲੈਂਡ। ਬੈਰਨ ਮਤਲਬ ਬੰਜਰ ਜ਼ਮੀਨ। ਇਹ ਅਨਕਲਟੀਵੇਟਡ ਉਹ ਲੈਂਡ ਹੈ ਜਿਸ ਵਿੱਚ ਲੋਅਰ ਫਰਟੀਲਿਟੀ ਔਰ ਅਨਫੇਵਰੇਬਲ ਕੰਡੀਸ਼ਨ ਦਾ ਕਰਕੇ ਕਲਟੀਵੇਸ਼ਨ ਨਹੀਂ ਕੀਤੀ ਜਾ ਰਹੀ। ਸੈਕਿੰਡ ਆ ਜਾਂਦੀ ਹੈ ਲੈਂਡ ਪੁੱਟ ਟੂ ਨੋਨ ਐਗਰੀਕਲਚਰ ਯੂਜ਼ਿਸ, ਮੀਨਿੰਗ ਗੈਰ ਖੇਤੀਬਾੜੀ ਕੰਮਾਂ ਵਾਸਤੇ ਯੂਜ਼ ਕੀਤੀ ਗਈ ਲੈਂਡ ਜਿਸ ਉੱਪਰ ਕਲਟੀਵੇਸ਼ਨ ਹੁਣ ਨਹੀਂ ਕੀਤੀ ਜਾ ਰਹੀ। ਜੋ ਜ਼ਮੀਨ ਅਸੀਂ ਬਿਲਡਿੰਗ, ਰੋਡ, ਫੈਕਟਰੀਜ਼ ਐਕਸੈਟਰਾ ਵਾਸਤੇ ਯੂਜ਼ ਕਰ ਲੈਂਦੇ ਹਾਂ, ਉਹ ਸਾਰੀ ਜ਼ਮੀਨ ਨੋਨ ਐਗਰੀਕਲਚਰ ਵਰਕ ਦੇ ਅੰਡਰ ਆ ਜਾਂਦੀ ਹੈ, ਜਿਸ ਦੇ ਉੱਪਰ ਅਸੀਂ ਐਗਰੀਕਲਚਰ ਨਹੀਂ ਕਰਦੇ। ਥਰਡ ਯੂਟੀਲਾਈਜੇਸ਼ਨ ਆ ਜਾਂਦੀ ਹੈ ਅਦਰ ਅਨਕਲਟੀਵੇਟਡ ਲੈਂਡ ਐਕਸਕਲੂਡਿੰਗ ਫੈਲੋ ਲੈਂਡ। ਫੈਲੋ ਲੈਂਡ ਤੋਂ ਇਲਾਵਾ ਹੋਰ ਗੈਰ ਕਾਸ਼ਤਕਾਰੀ ਜ਼ਮੀਨ। ਇਸ ਦੇ ਅੰਡਰ ਫਸਟ ਪੁਆਇੰਟ ਆ ਜਾਂਦਾ ਹੈ ਪਰਮਾਨੈਂਟ ਪਾਸਚਰ ਐਂਡ ਗ੍ਰੇਜ਼ਿੰਗ ਲੈਂਡ। ਇਹ ਉਹ ਜ਼ਮੀਨ ਹੈ ਜੋ ਕਿ ਖੇਤੀਬਾੜੀ ਵਾਸਤੇ ਨਹੀਂ ਵਰਤੀ ਜਾ ਰਹੀ, ਸਿਰਫ ਇਸ ਦੇ ਉੱਪਰ ਲਗਾਤਾਰ ਪਸ਼ੂ ਚਾਰੇ ਜਾਂਦੇ ਨੇ। ਪਾਸਚਰ ਹੁੰਦੇ ਚਾਰਗਾਹ ਜਿੱਥੇ ਪਸ਼ੂ ਚਾਰੇ ਜਾਂਦੇ ਨੇ। ਸੈਕਿੰਡ ਆ ਜਾਂਦਾ ਲੈਂਡ ਅੰਡਰ ਮਿਸਸੈਲੈਂਸ ਟਰੀ ਕ੍ਰੌਪਸ ਗਰੋਵਸ। ਉਹ ਜ਼ਮੀਨ ਜੋ ਸਿਰਫ ਕਈ ਤਰ੍ਹਾਂ ਦੇ ਰੁੱਖ ਉਗਾਉਣ ਵਾਸਤੇ ਰਿਜ਼ਰਵ ਰੱਖੀ ਜਾਂਦੀ ਹੈ। ਥਰਡ ਕੈਟੇਗਰੀ ਇਸ ਦੇ ਅੰਡਰ ਆ ਜਾਂਦੀ ਹੈ ਕਲਚਰੇਬਲ ਵੇਸਟਲੈਂਡ। ਇਹ ਉਹ ਜ਼ਮੀਨ ਹੁੰਦੀ ਹੈ ਜਿਸ ਵਿੱਚ ਇੱਕ ਵਾਰ ਕਲਟੀਵੇਸ਼ਨ ਕਰਨ ਤੋਂ ਬਾਅਦ ਵਿੱਚ ਉਸ ਨੂੰ 5 ਈਅਰਸ ਵਾਸਤੇ ਜਿਹੜਾ ਲੈਫਟ ਕਰ ਦਿੱਤਾ ਜਾਂਦਾ ਹੈ, ਤਾਂ ਕਿ ਇਹ ਨੈਚੁਰਲ ਵੇ ਦੇ ਨਾਲ ਦੁਬਾਰਾ ਆਪਣੀ ਫਰਟੀਲਿਟੀ ਰੀਗੇਨ ਕਰ ਸਕੇ। ਫੋਰਥ ਯੂਟੀਲਾਈਜੇਸ਼ਨ ਕੀਤੀ ਜਾ ਰਹੀ ਹੈ ਫੈਲੋ ਲੈਂਡਸ। ਫੈਲੋ ਲੈਂਡ ਮਤਲਬ ਖਾਲੀ ਛੱਡੀ ਜ਼ਮੀਨ। ਇਸ ਦੀਆਂ 2 ਟਾਈਪਸ ਨੇ, ਕਰੰਟ ਫੈਲੋ ਲੈਂਡ ਐਂਡ ਅਦਰ ਦੈਨ ਕਰੰਟ ਫੈਲੋ ਲੈਂਡ। ਕਰੰਟ ਫੈਲੋ ਲੈਂਡ ਉਹ ਜ਼ਮੀਨ ਹੁੰਦੀ ਹੈ ਜਿਸ ਨੂੰ ਫਰਟੀਲਿਟੀ ਰੀਗੇਨ ਕਰਨ ਵਾਸਤੇ ਇੱਕ ਸੀਜ਼ਨ ਵਾਸਤੇ ਜਾਂ 1 ਈਅਰ ਵਾਸਤੇ ਖਾਲੀ ਛੱਡਿਆ ਜਾਂਦਾ ਹੈ। ਸੈਕਿੰਡ ਅਦਰ ਦੈਨ ਕਰੰਟ ਫੈਲੋ ਲੈਂਡ ਉਹ ਜ਼ਮੀਨ ਹੈ ਜਿਸ ਨੂੰ ਘੱਟੋ ਘੱਟ 1 ਈਅਰ ਤੋਂ ਲੈ ਕੇ 5 ਈਅਰਸ ਤੱਕ ਕਲਟੀਵੇਸ਼ਨ ਤੋਂ ਬਿਨਾਂ ਰੱਖਿਆ ਜਾਂਦਾ ਹੈ। ਫਿਫਥ ਕੈਟੇਗਰੀ ਆ ਜਾਂਦੀ ਹੈ ਨੈਟ ਸ਼ੋਨ ਏਰੀਆ। ਇਹ ਐਕਚੁਅਲੀ ਉਹ ਏਰੀਆ ਹੁੰਦਾ ਹੈ ਜਿਸ ਨੂੰ ਬਿਨਾਂ ਲੈਫਟ ਕੀਤਾ ਅਸੀਂ ਕੰਟੀਨਿਊ ਇਸ ਦੇ ਉੱਪਰ ਕਲਟੀਵੇਸ਼ਨ ਕਰਦੇ ਰਹਿੰਦੇ ਹਾਂ, ਫਸਲਾਂ ਉਗਾਉਂਦੇ ਰਹਿੰਦੇ ਹਾਂ। ਨੈਕਸਟ ਟੌਪਿਕ ਹੈ ਲੈਂਡ ਡਿਗਰੇਡੇਸ਼ਨ, ਜ਼ਮੀਨ ਦਾ ਪਤਨ। ਲੈਂਡ ਦੇ ਨੈਚੁਰਲ ਫੀਚਰਸ ਵਿੱਚ ਕਿਸੇ ਤਰ੍ਹਾਂ ਦੀਆਂ ਚੇਂਜਿਸ ਨੂੰ ਅਸੀਂ ਲੈਂਡ ਡਿਗਰੇਡੇਸ਼ਨ ਆਖਦੇ ਹਾਂ। ਲੈਂਡ ਡਿਗਰੇਡੇਸ਼ਨ ਦੇ ਕਈ ਰੀਜ਼ਨਸ ਹੋ ਸਕਦੇ ਨੇ ਜੋ ਕਿ ਇੱਥੇ ਐਕਸਪਲੇਨ ਕੀਤੇ ਗਏ ਨੇ। ਫਸਟ ਪੁਆਇੰਟ ਵਿੱਚ ਦੱਸਿਆ ਗਿਆ ਹੈ ਕਿ ਕੰਟੀਨਿਊ ਵਿੰਡ ਫਲੋ ਦੇ ਨਾਲ ਐਂਡ ਵਾਟਰ ਫਲੋ ਦੇ ਨਾਲ ਲੈਂਡ ਡਿਗਰੇਡ ਹੁੰਦੀ ਹੈ। ਸੈਕੰਡ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਮਾਈਨਿੰਗ ਸੈਂਟਰਸ ਐਂਡ ਇੰਡਸਟਰੀਅਲ ਯੂਨਿਟ ਵੱਲੋਂ ਆਪਣੇ ਵੇਸਟੇਜ ਪਦਾਰਥ ਜ਼ਮੀਨ ਉੱਪਰ ਸੁੱਟਣ ਦੇ ਨਾਲ ਲੈਂਡ ਡਿਗਰੇਡ ਹੁੰਦੀ ਹੈ। ਮਾਈਨਿੰਗ ਮਤਲਬ ਜ਼ਮੀਨ ਦੀ ਖੁਦਾਈ ਕਰਕੇ ਜਿੱਥੋਂ ਮਿਨਰਲਸ ਬਾਹਰ ਕੱਢੇ ਜਾਂਦੇ ਨੇ। ਥਰਡ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਲੋੜ ਤੋਂ ਜ਼ਿਆਦਾ ਇਰੀਗੇਸ਼ਨ ਕਰਨ ਦੇ ਨਾਲ ਜ਼ਮੀਨ ਦੇ ਵਿੱਚ ਖਾਰਾਪਨ ਪੈਦਾ ਹੁੰਦਾ ਹੈ। ਫੋਰਥ ਕਾਜ਼ ਦੇ ਅਨੁਸਾਰ ਐਨੀਮਲਸ ਵੱਲੋਂ ਓਵਰ ਗ੍ਰੇਜ਼ਿੰਗ ਮਤਲਬ ਇੱਕ ਹੀ ਜ਼ਮੀਨ ਦੇ ਉੱਪਰ ਜ਼ਿਆਦਾ ਸਮੇਂ ਤੱਕ ਚਰਨ ਦੇ ਨਾਲ ਐਂਡ ਮੈਨ ਵੱਲੋਂ ਡੀਫੋਰੈਸਟੇਸ਼ਨ ਪ੍ਰੋਸੈਸ ਜੰਗਲਾਂ ਦੀ ਕਟਾਈ ਦੇ ਨਾਲ ਲੈਂਡ ਡਿਗਰੇਡ ਹੋ ਰਹੀ ਹੈ। ਫਿਫਥ ਰੀਜ਼ਨ ਹੈ ਕਿ ਇੰਡਸਟਰੀਅਲ ਯੂਨਿਟ ਫੈਕਟਰੀਆਂ ਤੋਂ ਨਿਕਲਣ ਵਾਲਾ ਕੈਮੀਕਲ ਮਿਕਸਡ ਪਾਣੀ ਜੋ ਲੈਂਡ ਦੇ ਉੱਪਰ ਆਉਂਦਾ ਹੈ ਤਾਂ ਇਹ ਵੀ ਇਸ ਨੂੰ ਡਿਗਰੇਡ ਕਰਦਾ ਹੈ। ਲਾਸਟ ਪੁਆਇੰਟ ਦੇ ਅਕੋਰਡਿੰਗ ਕੁਝ ਇੰਡਸਟਰੀਜ਼ ਜਿਵੇਂ ਸੀਮੈਂਟ ਇੰਡਸਟਰੀ, ਲਾਈਮਸਟੋਨ ਇੰਡਸਟਰੀ, ਸੋਪਸਟੋਨ ਇੰਡਸਟਰੀ, ਸ਼ਾਰਟਕਟ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜੋ ਇੰਡਸਟਰੀਜ਼ ਪੱਥਰ ਬਣਾਉਣ ਦਾ ਕੰਮ ਕਰਦੇ ਹਾਂ, ਮਤਲਬ ਜੋ ਪੱਥਰ ਅਸੀਂ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ ਡੈਕੋਰੇਟਿਵ ਵਾਸਤੇ ਜਾਂ ਸੋਲਿਡ ਫਲੋਰ ਵਾਸਤੇ, ਤਾਂ ਅਜਿਹੀਆਂ ਇੰਡਸਟਰੀਆਂ ਵਿੱਚ ਜਦੋਂ ਇਹਨਾਂ ਸਟੋਨਸ ਦੇ ਉੱਪਰ ਵਰਕ ਕੀਤਾ ਜਾਂਦਾ ਹੈ ਤਾਂ ਇਹਨਾਂ ਦੇ ਫਰੈਗਮੈਂਟਸ ਆਸ-ਪਾਸ ਦੇ ਏਰੀਏ ਵਿੱਚ ਸਪਰੈਡ ਹੋ ਜਾਂਦੇ ਨੇ, ਜਿਸ ਕਰਕੇ ਫਿਰ ਇਹ ਆਸ-ਪਾਸ ਦੀ ਲੈਂਡ ਇਹਨਾਂ ਪੀਸਿਸ ਜਾਂ ਫਰੈਗਮੈਂਟਸ ਦੇ ਹੇਠਾਂ ਦੱਬੀ ਜਾਂਦੀ ਹੈ ਔਰ ਉਹ ਯੂਜ਼ਲੈਸ ਹੋ ਜਾਂਦੀ ਹੈ। ਨੈਕਸਟ ਟੌਪਿਕ ਹੈ ਲੈਂਡ ਕੰਜ਼ਰਵੇਸ਼ਨ ਮੇਜਰਸ।
मीनिंग कि किन्ना प्रीकॉशन यूज़ करके असी लैंड डिग्रेडेशन तो बच सकते हाँ। फस्ट मेजर दसा गया है कि डिफोरेशन से कंट्रोल करके मतलब जंगलों की कटाई से रोक लगा के, ओवरग्रेजिंग कंट्रोल करके एंड हिली एरिया में टैरेस फार्मिंग करके असी लैंड डिग्रेडेशन रोक सकते हाँ। सैकेंड पॉइंट में एक्सप्लेन किया गया है कि प्रिपेयरेशन ऑफ शेल्टर बेल्ट ऑफ प्लांट्स, मतलब कि अपनी लैंड के आस पास आले दुआले असी जेकर प्लांट्स लगा दईए तो इस नाल लैंड डिग्रेडेशन घट हो जाती है। एंड डेजर्ट एरिया में लैंड डिग्रेडेशन घट करने वास्ते सानू थॉर्नी बुशिस लगा देनियां चाहिए, मतलब कंडियालियां झाड़ियां लगाउणियां चाहिए ने। नैक्सट पॉइंट में दसा गया कि माइनिंग एक्टिविटी पर कंट्रोल करना चाहिए है और माइनिंग करने वास्ते न्यू टैक्नोलॉजी जी उसनू फॉलो करना चाहिए है, क्योंकि माइनिंग लिए जो टैक्नोलॉजिकल न्यू टूल्स ने उन्हां विच माइनिंग तो होने वाले नुकसान नूं घट करने वास्ते एफर्ट्स किए गए हैं, अलग तौर पर टूल्स लगाए गए हैं। नैक्सट पॉइंट में एक्सप्लेन किया गया है कि इंडस्ट्रीयल वेस्ट मतलब इंडस्ट्री निकलने वाला कैमिकल मिक्सर वाटर है जिहड़ा उसनूं जमीन में मिक्स करने तो पहले ट्रीट कर लेना चाहिए है, उहदे विचों कैमिकल्स रिमूव कर देने चाहिए हैं। सैकेंड लास्ट पॉइंट आ जाता है कि अर्बन एरिया शहरी एरिया में जो वेस्टेज पदार्थ ने उन्होंने बायोगैस बनाने वास्ते यूज़ करना चाहिए है। लास्ट पॉइंट है कि ओवर इरीगेशन रोक देना चाहिए है और इरीगेशन करने वास्ते खेतों में या फसलों में पानी देने वास्ते न्यू जिहड़ियां टैक्नीक्स ने उन्होंने फॉलो करना चाहिए है। न्यू इरीगेशन टैक्नीक्स में असीं ड्रॉप इरीगेशन या स्प्रिंकल इरीगेशन मैथड यूज़ कर सकते हाँ।